ਇੱਕ ਫਿਰ ਅਵਸਥਾ ਉਹ ਹੈਗੀ ਹੈ ਜਦੋਂ ਜੀਵ ਬਾਹਰਲੇ ਸਾਰੇ ਰਸ ਭੋਗ ਲੈਂਦਾ ਹੈ ਅਤੇ ਉਹਦੇ ਜੀਵਨ ਦੇ ਵਿੱਚ ਉਹ ਅਵਸਥਾ ਆਉਂਦੀ ਹੈ ਜਿਹੜੀ ਕਿਸੇ ਸਮੇਂ ਦੇ ਵਿੱਚ ਬੁੱਧਾ ਦੀ ਆ ਗਈ। ਉਹ ਗੌਤਮ ਬੁੱਧ ਜੋ ਜੀਵਨ ਦੇ ਵਿੱਚ ਸਾਰੇ ਰਸ ਮਾਣ ਚੁੱਕੇ ਸਨ, ਉਹਨਾਂ ਦੇ ਜੀਵਨ ਦੇ ਵਿੱਚ ਐਸੀ ਅਵਸਥਾ ਹੀ ਉਹਨਾਂ ਨੇ ਮੰਨ ਲਿਆ ਕਿ ਨਹੀਂ, ਇਹ ਰਸ ਜੋ ਮੈਂ ਮਾਣ ਰਿਹਾ ਹਾਂ, ਇਹ ਰਸ ਮੇਰੇ ਜੀਵਨ ਦੇ ਵਿੱਚ ਮੈਨੂੰ ਕਿਤੇ ਵੀ ਨਹੀਂ ਪਹੁੰਚਾਉਣਗੇ। ਮੈਂ ਜੀਵਨ ਦਾ ਕੋਈ ਰਸ, ਜੀਵਨ ਦੇ ਵਿੱਚ ਕੋਈ ਗੱਲ ਜ਼ਰੂਰ ਭੁੱਲ ਰਿਹਾ ਹਾਂ, ਛੱਡ ਚੁੱਕਾ ਹਾਂ। ਅਤੇ ਉਹ ਅਵਸਥਾ ਜਦੋਂ ਆਈ ਅਤੇ ਉਸ ਅਵਸਥਾ ਦੇ ਵਿੱਚ ਜੀਵ ਨੇ ਆਪਣੇ ਗੁਣਾਂ ਨੂੰ ਨਹੀਂ ਦੇਖਿਆ। ਉਸ ਅਵਸਥਾ ਦੇ ਵਿੱਚ ਜੀਵ ਜਦੋਂ ਆਪਣੇ ਅਵਗੁਣਾਂ ਨੂੰ ਚਿਤਾਰਨ ਲੱਗ ਗਿਆ, ਅਵਗੁਣਾਂ ਨੂੰ ਦੇਖਣ ਲੱਗ ਗਿਆ, ਅਤੇ ਉਹ ਹੋਰ ਅਗਾਂਹ, ਹੋਰ ਉਚਲੇ ਆਸਨਾਂ 'ਤੇ ਜਾਣਾ ਸ਼ੁਰੂ ਹੋ ਗਿਆ। ਬਾਣੀ ਦੀਆਂ ਪੰਕਤੀਆਂ ਨੇ ਉਹ ਵੀ ਸਾਨੂੰ ਸਮਝਾਉਂਦੀਆਂ ਨੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਅਸੀਂ ਆਪਣੇ ਜੀਵਨ ਕਾਲ ਦੇ ਵਿੱਚ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਚੰਗਾ ਮੰਨ ਕੇ ਚੱਲਦੇ ਹਾਂ, ਦੂਜਿਆਂ ਨੂੰ ਬੁਰਾ ਮੰਨ ਕੇ ਚੱਲਦੇ ਹਾਂ, ਗਲਤ ਮੰਨ ਕੇ ਚੱਲਦੇ ਹਾਂ। ਅੱਗੇ ਬਾਣੀ ਫਿਰ ਸਾਨੂੰ ਸਮਝਾਉਂਦੀ ਹੈ। ਬਾਣੀ ਦੇ ਵਿੱਚ ਕਿਹਾ ਗਿਆ ਕਿ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਭਲਾ ਆਪਣੇ ਆਪ ਨੂੰ ਕਹਾਣ ਦੇ ਵਿੱਚ ਜੋ ਜੀਵ ਲੱਗੇ ਹੋਏ ਨੇ, ਰੱਬ ਦੇ ਘਰ ਦੇ ਵਿੱਚ ਭਲਾਈ ਉਹਨਾਂ ਦੇ ਨਜ਼ਦੀਕ ਵੀ ਨਹੀਂ ਆਈ, ਉਹ ਭਲਾਈ ਦੇ ਕੋਲ ਵੀ ਨਹੀਂ ਪਹੁੰਚ ਸਕੇ। ਪਰ ਜੀਵਨ ਦੇ ਵਿੱਚ ਇਹੀ ਦੁਵਿਧਾ ਹੈ ਕਿ ਪਹਿਲਾਂ ਸਾਨੂੰ ਉਹ 9 ਦੀਵਾਰਾਂ ਦਾ ਰਸ ਸਾਨੂੰ ਕਿਤੇ ਪਹੁੰਚਣ ਨਹੀਂ ਦਿੰਦਾ। ਜੇ ਕਿਸੇ ਮਹਾਂਪੁਰਸ਼, ਕਿਸੇ ਸੰਤ ਜਨ ਦੇ ਕੋਲ, ਗੁਰੂ ਜਨ ਦੇ ਕੋਲ ਜਾ ਕੇ ਸਾਡੇ ਜੀਵਨ ਦੇ ਵਿੱਚ ਫਰਕ ਆਉਂਦਾ ਹੈ, ਅਸੀਂ ਬਦਲਾਵ ਲਿਆਉਣ ਲੱਗਦੇ ਹਾਂ, ਨੇਕ ਕਰਮ ਕਰਨ ਲੱਗਦੇ ਹਾਂ, ਨਾਮ ਸਿਮਰਨ ਵੱਲ ਤੁਰਨ ਲੱਗਦੇ ਹਾਂ, ਅਤੇ ਫਿਰ ਉਹ ਜੋ ਅਵਗੁਣ ਨੇ, ਉਹਨਾਂ ਅਵਗੁਣਾਂ ਤੋਂ ਤਾਂ ਉੱਠਦੇ ਹਾਂ, ਪਰ ਇੱਕ ਬਹੁਤ ਵੱਡੇ ਅਵਗੁਣ ਵੱਲ ਤੁਰ ਪੈਂਦੇ ਹਾਂ ਕਿ ਅਸੀਂ ਬਹੁਤ ਚੰਗੇ ਹੋ ਗਏ ਹਾਂ, ਅਸੀਂ ਆਮ ਜੀਵਾਂ ਤੋਂ ਉਤਾਂਹ ਹੋ ਗਏ ਹਾਂ, ਉਹਨਾਂ ਤੋਂ ਅੱਗੇ ਹੋ ਗਏ ਹਾਂ। ਇਹ ਜਦੋਂ ਅਵਸਥਾ ਆਉਂਦੀ ਹੈ, ਫਿਰ ਇਹ ਅਵਸਥਾ ਦੇ ਵਿੱਚ ਇੱਕ ਹੋਰ ਨਵਾਂ ਰੋਗ ਪੈਦਾ ਹੁੰਦਾ ਹੈ, ਜਿਹਨੂੰ ਰੱਬ ਦੇ ਘਰ ਦੇ ਵਿੱਚ ਹਉਮੈ ਕਿਹਾ ਗਿਆ ਹੈ। ਔਰ ਹਉਮੈ ਦੇ ਵਾਸਤੇ ਉਸ ਰੱਬ ਦੇ ਘਰ ਦੇ ਵਿੱਚ ਕੋਈ ਸਥਾਨ ਨਹੀਂ। ਜਦ ਤੱਕ ਉਹ ਮੈਂ ਨਹੀਂ ਮੁੱਕਦੀ, ਉਹ ਤੂੰ ਵਾਲੀ ਅਵਸਥਾ ਨਹੀਂ ਆਉਂਦੀ, ਤਾਂ ਤੱਕ ਰੱਬ ਦੀ ਪ੍ਰਾਪਤੀ, ਉਸ ਗੁਰੂ ਦੀ ਪ੍ਰਾਪਤੀ, ਉਸ ਮਹਾਂ ਆਨੰਦ ਦੀ, ਉਸ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀਵਨ ਦੇ ਵਿੱਚ। ਉਹ ਸਭ ਪਾਉਣ ਦੇ ਵਾਸਤੇ ਪਹਿਲਾਂ ਜੀਵ ਨੂੰ ਉਹ 9 ਦੀਵਾਰ ਛੱਡਣੇ ਪੈਂਦੇ ਨੇ, ਭਾਵ ਉਹ ਰਸ ਛੱਡਣੇ ਪੈਂਦੇ ਨੇ। ਔਰ ਜਦੋਂ ਉਹ ਅੰਦਰ ਦਾਖਲ ਹੋਣਾ ਸ਼ੁਰੂ ਹੁੰਦਾ ਹੈ, ਅਤੇ ਦਾਖਲ ਹੁੰਦਿਆਂ ਹੀ ਉਹਨੂੰ ਪਹਿਲਾਂ ਆਪਣੇ ਆਪ ਦੀਆਂ ਕਮੀਆਂ ਵਿਚਾਰਨੀਆਂ ਪੈਂਦੀਆਂ, ਆਪਣੇ ਆਪ ਦੀਆਂ ਕਮੀਆਂ ਨੂੰ ਦੇਖਣਾ ਪੈਂਦਾ। ਉਹ ਜੋ ਜੀਵ ਆਪਣੇ ਜੀਵਨ ਦੇ ਵਿੱਚ ਦੁੱਖ ਭੋਗ ਰਿਹਾ ਹੈ, ਉਹ ਦੁੱਖ ਭੋਗਣ ਦੇ ਵਿੱਚ ਉਹ ਸਿਰਫ ਅਤੇ ਸਿਰਫ ਰੱਬ ਨੂੰ ਦੋਸ਼ ਲਾਉਂਦਾ ਹੈ, ਰੱਬ ਦੇ ਨਾਲ ਖਹਿੰਦਾ ਹੈ, ਰੱਬ ਦੇ ਨਾਲ ਉਹ ਉਸ ਤਰੀਕੇ ਦੀ ਗੱਲ ਕਰਦਾ ਹੈ ਕਿ ਤੂੰ ਮੈਨੂੰ ਇਹੋ ਜਿਹਾ ਜੀਵਨ ਕਿਉਂ ਦਿੱਤਾ ਹੈ। ਪਰ ਰੱਬ ਕਦੀ ਵੀ ਕਿਸੇ ਨੂੰ ਮਾੜਾ ਜਾਂ ਚੰਗਾ ਜੀਵਨ ਨਹੀਂ ਦਿੰਦਾ। ਹਰ ਜੀਵ ਆਪਣੇ ਕਰਮਾਂ ਦਾ ਲੇਖਾ ਭੋਗਦਾ ਹੈ। ਆਪਣੇ ਕਰਮ ਜੋ ਕੀਤੇ ਉਹਦੇ ਨਾਲ ਜੀਵਨ ਦਾ ਨਿਰਵਾਹ ਹੁੰਦਾ ਹੈ। ਚੰਗੇ ਕਰਮ ਕਰੇਗਾ ਜੀਵ ਤੇ ਚੰਗਾ ਜੀਵਨ ਨਿਰਵਾਹ ਕਰੇਗਾ, ਜੇ ਮਾੜੇ ਕਰਮ ਕਰੇਗਾ ਮਾੜਾ ਜੀਵਨ ਨਿਰਵਾਹ ਕਰੇਗਾ। ਔਰ ਅਸੀਂ ਇਹ ਬਹੁਤ ਜ਼ਿਆਦਾ ਜੀਵਨ ਦੇ ਵਿੱਚ ਇਹੀ ਗੱਲ ਲੈ ਕੇ ਤੁਰਦੇ ਹਾਂ ਕਿ ਰੱਬ ਸਾਡੇ ਨਾਲ ਇੱਦਾਂ ਦਾ ਕੰਮ ਕਿਉਂ ਕਰ ਰਿਹਾ ਹੈ। ਰੱਬ ਕਿਸੇ ਦੇ ਨਾਲ ਧੋਖਾ ਨਹੀਂ ਕਰਦਾ, ਰੱਬ ਨੇ ਕਦੇ ਵੀ ਕਿਸੇ ਦਾ ਕੋਈ ਹੱਕ ਨਹੀਂ ਮਾਰਿਆ। ਦੁਨੀਆ ਦੇ ਵਿੱਚ ਅਗਰ ਕੋਈ ਕਾਨੂੰਨ ਦੀ ਗੱਲ ਕਰਦਾ ਹੈ, ਉਹ ਸਿਰਫ ਅਤੇ ਸਿਰਫ ਇੱਕ ਰੱਬ ਹੈ। ਉਹ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਸੰਪੂਰਨ ਹੈ, ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਹਰ ਇੱਕ ਦੇ ਨਾਲ ਇਨਸਾਫ ਕਰਦਾ ਹੈ। ਪਰ ਸਾਡੇ ਜੀਵਨ ਦੇ ਵਿੱਚ ਅਸੀਂ ਜੋ ਪਿਛਲੇ ਜਨਮਾਂ ਦੇ ਕਰਮ ਕਮਾਏ ਨੇ, ਉਹ ਕਰਮ ਭੋਗ ਰਹੇ ਹਾਂ। ਉਸ ਤੋਂ ਬਾਵਜੂਦ ਅਸੀਂ ਇਹ ਗੱਲ ਨੂੰ ਮੰਨਣ ਦੀ ਬਜਾਏ ਕਿ ਹਾਂ ਮੇਰੇ ਵਿੱਚ ਇਹ ਕਮੀ ਹੈ, ਮੇਰੇ ਅਵਗੁਣ ਨੇ, ਮੈਂ ਬਹੁਤ ਗਲਤ ਕਰਮ ਕੀਤੇ ਜੀਵਨ ਦੇ ਵਿੱਚ, ਉਸ ਵਜ੍ਹਾ ਕਰਕੇ ਮੈਨੂੰ ਇਹ ਜੀਵਨ ਮਿਲਿਆ ਹੈ, ਮੈਂ ਇਹੋ ਜਿਹੇ ਕਰਮ ਭੋਗ ਰਿਹਾ ਹਾਂ। ਉਹ ਅਵਸਥਾ ਨੂੰ ਪਾਉਣ ਦੇ ਵਾਸਤੇ ਫਿਰ ਉਹੀ ਗੱਲ ਆਉਂਦੀ ਹੈ ਕਿ 9 ਦੀਵਾਰਾਂ ਦਾ ਰਸ ਛੱਡ ਕੇ ਉਸ 10ਮ ਦੀਵਾਰ ਦੇ ਵੱਲ ਜੀਵ ਨੂੰ ਤੁਰਨਾ ਪੈਂਦਾ ਹੈ, ਤੁਰਨਾ ਪਏਗਾ। ਅਤੇ ਉਹ ਜਦੋਂ ਤੁਰ ਪਿਆ ਜੀਵ, ਔਰ ਫਿਰ ਜੇ ਉਹਨੂੰ ਹਉਮੈ ਪਰੇਸ਼ਾਨ ਕਰਨ ਲੱਗ ਗਈ, ਉਹਦੇ ਵਿੱਚ ਅਗਰ ਇਹ ਅਵਸਥਾ ਆਉਣ ਲੱਗ ਗਈ ਕਿ ਮੈਂ ਸਿਮਰਨ ਕਰ ਰਿਹਾ ਹਾਂ, ਮੈਂ ਇਹ ਸੇਵਾ ਕਰ ਰਿਹਾ ਹਾਂ, ਮੈਂ ਲੋਕ ਭਲਾਈ ਦਾ ਕੰਮ ਕਰ ਰਿਹਾ ਹਾਂ, ਅਤੇ ਜਦੋਂ ਮੈਂ ਆ ਜਾਂਦੀ ਹੈ, ਉਸ 'ਤੇ ਜੀਵਨ ਦੇ ਵਿੱਚ ਫਿਰ ਵੀ ਉਹ ਅਵਸਥਾ ਨਹੀਂ ਆਉਂਦੀ ਜੋ ਉਹਨੂੰ 10ਮ ਦੀਵਾਰ ਦਾ ਰਸ ਦੇ ਸਕੇ। ਉਸ ਗੁਰੂ ਤੱਕ ਉਹ ਅਵਸਥਾ ਵੀ ਨਹੀਂ ਪਹੁੰਚਾ ਸਕਦੀ।
ਦੂਜੇ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ ਔਰ ਸਾਡੇ ਆਪਣੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ, ਇਸ ਦਾ ਪਹਿਲਾਂ ਫਰਕ ਸਾਨੂੰ ਪਤਾ ਕਰਨਾ ਪਏਗਾ। ਜੀਵ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਕਰਨਾ ਚਾਹੀਦਾ ਹੈ। ਆਪਣੇ ਜੀਵਨ ਦੇ ਵਿੱਚ ਕੀ ਉਹ ਪਾ ਚੁੱਕਾ ਹੈ, ਆਪਣੇ ਜੀਵਨ ਦੇ ਵਿੱਚ ਕੀ ਉਹ ਖੋ ਚੁੱਕਾ ਹੈ, ਇਹਨਾਂ ਗੱਲਾਂ ਦੇ ਵੱਲ ਜਦੋਂ ਜੀਵ ਧਿਆਨ ਦਿੰਦਾ ਹੈ ਤੇ ਜੀਵ ਦੇ ਜੀਵਨ ਦੇ ਵਿੱਚ ਬਦਲਾਵ, ਫਰਕ ਆਉਣਾ ਸ਼ੁਰੂ ਹੁੰਦਾ ਹੈ। ਔਰ ਇਹ ਸੱਚ ਹੈ ਕਿ ਇਨਸਾਨੀ ਜਾਮਾ ਜੋ ਮਿਲਿਆ ਹੈ, ਇਸ ਇਨਸਾਨੀ ਜਾਮੇ ਦੇ ਵਿੱਚ ਜੀਵ ਨੂੰ ਸਭ ਤੋਂ ਜ਼ਿਆਦਾ, ਸਭ ਤੋਂ ਅਹਿਮ, ਸਭ ਤੋਂ ਵੱਧ ਆਪਣੇ ਆਪ ਦੇ ਬਾਬਤ ਸੋਚਣਾ ਚਾਹੀਦਾ ਹੈ। ਆਪਣੇ ਜੀਵਨ ਦੇ ਵਿੱਚ ਉਸ ਜੀਵ ਨੇ ਕੀ ਕਰਮ ਕਮਾਏ ਔਰ ਉਹ ਆਪਣੇ ਜੀਵਨ ਦੇ ਵਿੱਚ ਕੀ ਕਰਮ ਕਮਾ ਰਿਹਾ ਹੈ। ਜਦ ਤੱਕ ਜੀਵ ਇਹਨਾਂ ਗੱਲਾਂ ਵੱਲ ਆਪ ਖਿਆਲ ਨਹੀਂ ਕਰਦਾ, ਜੀਵ ਦੇ ਜੀਵਨ ਦੇ ਵਿੱਚ ਕੋਈ ਉਹਨੂੰ ਆਸ਼ਰਾ ਨਹੀਂ ਮਿਲਦਾ, ਉਸ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਕਿੱਥੇ ਪਹੁੰਚਣਾ ਹੈ, ਕਿੱਥੇ ਜਾ ਕੇ ਰੁਕਣਾ ਹੈ, ਕਿਹਨੂੰ ਪਾਣਾ ਹੈ, ਉਹ ਅਵਸਥਾ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਹੁੰਦੀ। ਕਿਸੇ ਵੀ ਗੁਰੂ ਘਰ ਜਾਂਦੇ ਹਾਂ, ਜੀਵ ਭਟਕਦਾ ਹੈ, ਜਾਂਦਾ ਹੈ, ਪਰ ਅਸਲ ਰੂਪ ਦੇ ਵਿੱਚ ਉਹ ਸੱਚਾਈ ਨਹੀਂ ਮੰਗਦਾ, ਸੱਚਾਈ ਨਹੀਂ ਜਾਣਦਾ, ਸੱਚਾਈ ਤੱਕ ਨਹੀਂ ਪਹੁੰਚ ਸਕਦਾ। ਉਹ ਰੱਬ ਦੇ ਘਰ ਜਾ ਕੇ ਵੀ ਆਪਣੇ ਪੁਰਾਣੇ ਕਰਮਾਂ ਦੇ ਬਾਬਤ ਗੱਲ ਨਹੀਂ ਕਰਦਾ, ਆਪਣੇ ਜੀਵਨ ਦੇ ਵਿੱਚ ਆਪਣੀਆਂ ਕਮੀਆਂ ਦੀ ਗੱਲ ਨਹੀਂ ਕਰਦਾ। ਉਹ ਸਿਰਫ ਅਤੇ ਸਿਰਫ ਉਹ ਚੀਜ਼ਾਂ ਦੀ ਮੰਗ ਕਰਦਾ ਹੈ ਜਿਹੜੇ ਉਹ 9 ਦੀਵਾਰਾਂ ਦਾ ਰਸ ਹੈ, ਉਹ 9 ਦੀਵਾਰਾਂ ਦੇ ਵਿੱਚ ਜੋ ਸਕੂਨ ਦੇ ਸਕਦਾ, ਜੀਵ ਉਹਨਾਂ ਚੀਜ਼ਾਂ ਦੀ ਮੰਗ ਕਰਦਾ ਹੈ। ਪਰ ਗੁਰੂ ਘਰ ਜਾਣ ਦਾ ਮਤਲਬ ਇਹੀ ਹੈ ਕਿ ਜੀਵ ਨੂੰ ਆਪਣੇ ਜੀਵਨ ਦੇ ਵਿੱਚ ਉਹ ਜੋ ਪਰਮ ਆਨੰਦ ਹੈ, ਉਹ ਜੋ ਮਹਾ ਆਨੰਦ ਹੈ, ਉਸ ਰਸ ਦੀ ਗੱਲ ਕਰਨੀ ਚਾਹੀਦੀ ਹੈ, ਉਸ ਰਸ ਦੀ ਮੰਗ ਕਰਨੀ ਚਾਹੀਦੀ ਹੈ। ਅਤੇ ਜੀਵ ਜੇ ਜੀਵਨ ਦੇ ਵਿੱਚ ਉਸ ਅਵਸਥਾ ਨੂੰ ਨਹੀਂ ਪ੍ਰਾਪਤ ਕਰ ਸਕਿਆ ਅਤੇ ਮਨੁੱਖੀ ਜਾਮਾ ਜਿਹੋ ਜਿਹੇ ਆਏ ਉਹੋ ਜਿਹੇ ਹੋ ਕੇ ਮਨੁੱਖ ਚਲੇ ਗਏ, ਇਹ ਮਨੁੱਖੀ ਜਾਮਾ ਖਤਮ ਕਰ ਲਿਆ ਅਤੇ ਇਸ ਮਨੁੱਖੀ ਜਾਮੇ ਦੇ ਵਿੱਚ ਆਉਣ ਦਾ ਫਿਰ ਜੀਵ ਦਾ ਕੋਈ ਫਾਇਦਾ ਨਹੀਂ ਹੈ, ਉਹਦੇ ਵਿੱਚ ਕੋਈ ਤਰੱਕੀ ਨਹੀਂ ਹੁੰਦੀ ਹੈ। ਕਾਲ ਬਲਵਾਨ ਹੈ, ਕਲਯੁਗ ਦੇ ਵਿੱਚ ਅਸੀਂ ਜੀ ਰਹੇ ਹਾਂ, ਸਾਡਾ ਜੀਵਨ ਬੀਤ ਰਿਹਾ ਹੈ। ਬਹੁਤ ਜ਼ਿਆਦਾ ਸਮਾਂ ਅਸੀਂ ਬਤੀਤ ਕਰ ਚੁੱਕੇ ਹਾਂ ਉਹਨਾਂ ਗੱਲਾਂ ਦੇ ਵਿੱਚ ਜੋ ਪੁਰਾਣੇ ਆਡੰਬਰ ਸੀਗੇ, ਉਹਨਾਂ ਆਡੰਬਰਾਂ ਦੇ ਵਿੱਚ ਅਸੀਂ ਜੀਵਨ ਨਿਰਵਾਹ ਕੀਤਾ, ਪਰ ਅਸੀਂ ਕੋਈ ਵੀ ਕਿਤੇ ਨਹੀਂ ਪਹੁੰਚ ਸਕਿਆ। ਜੇ ਜੀਵਨ ਦੇ ਵਿੱਚ ਪਹੁੰਚਣਾ ਹੈ, ਜੀਵਨ ਦੇ ਵਿੱਚ ਜੇ ਕੁਛ ਪਾਉਣਾ ਹੈ, ਉਹ ਆਡੰਬਰ ਛੱਡਣੇ ਪੈਣਗੇ, ਉਹ ਦੁਨੀਆਦਾਰੀ ਦੀਆਂ ਰੀਤਾਂ ਨੂੰ ਛੱਡਣਾ ਪਏਗਾ। ਅਤੇ ਹਾਂ, ਆਪਣੀ ਇੱਕ ਰੀਤ ਉਹ ਜੋ ਗੁਰੂ ਨੇ ਦੱਸੀ ਹੈ ਕਿ ਅੰਦਰ ਜਾਣਾ ਪਏਗਾ ਔਰ ਅੰਦਰ ਜਾ ਕੇ ਆਪਣੇ ਆਪ ਨੂੰ ਪਹਿਲਾਂ ਲੱਭਣਾ ਪਏਗਾ। ਅਸੀਂ ਕੋਸ਼ਿਸ਼ ਕਰਦੇ ਹਾਂ ਬਾਹਰਲੇ ਰਸਾਂ ਦੇ ਵਿੱਚ, ਬਾਹਰਲੇ ਦੀਵਾਰਾਂ ਤੋਂ ਅਸੀਂ ਉਸ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਰੱਬ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸਲ ਦੇ ਵਿੱਚ ਉਸ ਰੱਬ ਨੂੰ ਜਾਣਨ ਦੀ ਬਜਾਏ, ਉਸ ਰੱਬ ਨੂੰ ਪਾਉਣ ਦੀ ਬਜਾਏ ਮਨੁੱਖ ਨੂੰ ਆਪਣੇ ਆਪ ਨੂੰ ਜਾਣ ਲੈਣਾ ਚਾਹੀਦਾ ਹੈ, ਆਪਣੇ ਆਪ ਨੂੰ ਪਹਿਲਾਂ ਪਾ ਲੈਣਾ ਚਾਹੀਦਾ ਹੈ। ਜੋ ਜੀਵ ਆਪਣੇ ਆਪ ਨੂੰ ਜਾਣ ਜਾਂਦਾ ਹੈ, ਆਪਣੇ ਆਪ ਨੂੰ ਪਾ ਲੈਂਦਾ ਹੈ, ਉਹ ਆਪਣੇ ਆਪ ਦੇ ਵਿੱਚ ਉਸ ਰੱਬ ਨੂੰ ਪਾ ਚੁੱਕਾ ਹੁੰਦਾ ਹੈ। ਉਹ ਜੀਵ ਜਿਹਨੂੰ ਆਪਣੀਆਂ ਕਮੀਆਂ ਪਤਾ ਨੇ, ਉਹ ਜੀਵ ਜੋ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਹੈ, ਉਹ ਜੀਵ ਜੋ ਆਪਣੇ ਆਪ ਤੋਂ, ਆਪਣੀਆਂ ਗਲਤੀਆਂ ਤੋਂ, ਆਪਣੇ ਕਰਮਾਂ ਤੋਂ ਦੁਖੀ ਹੋ ਚੁੱਕਾ ਹੈ, ਉਹ ਜੀਵ ਰੱਬ ਦੇ ਬਹੁਤ ਕਰੀਬ ਹੋ ਚੁੱਕਾ ਹੈ। ਪਰ ਉਹ ਅਵਸਥਾ ਇੰਨੀ ਆਸਾਨੀ ਨਾਲ ਨਹੀਂ ਆਉਂਦੀ। ਉਹ ਅਵਸਥਾ ਸਿਰਫ ਉਹਨਾਂ ਜੀਵਾਂ ਦੀ ਆਉਂਦੀ ਹੈ ਜਿਨ੍ਹਾਂ ਨੇ ਆਪਣੇ ਆਪ ਦੇ ਬਾਰੇ ਸੋਚਣਾ ਸ਼ੁਰੂ ਕੀਤਾ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਔਰ ਉਹ ਆਪਣੇ ਅੰਦਰ ਜਾਣਾ ਸ਼ੁਰੂ ਹੋਏ। ਅੰਦਰ ਦੀ ਜਿਹੜੀ ਗੰਦਗੀ ਹੈ ਉਹ ਬਹੁਤ ਜ਼ਿਆਦਾ ਅਵਸਥਾ ਖਰਾਬ ਹੈ ਸਾਡੇ ਜੀਵਾਂ ਦੀ, ਸਾਡੇ ਮਨੁੱਖਾਂ ਦੀ, ਪਰ ਉਹਦੇ ਵਿੱਚ ਹੀ ਇੱਕ ਐਸੀ ਅਵਸਥਾ ਹੈ, ਉਹਦੇ ਵਿੱਚ ਹੀ ਇੱਕ ਐਸਾ ਸਥਾਨ ਹੈ ਜਿੱਥੇ ਉਹ ਰੱਬ, ਉਹ ਪਰਮ ਆਨੰਦ, ਉਹ ਰੱਬ ਜੋ ਜੋਤ ਰੂਪ ਹੈ, ਉਹ ਇਸੇ ਸਰੀਰ ਦੇ ਵਿੱਚ ਬੈਠਾ ਹੈ ਔਰ ਉਹ ਇਸੇ ਸਰੀਰ ਦੇ ਵਿੱਚ ਹੀ ਸਭ ਕੁਝ ਦੇਣਾ ਚਾਹੁੰਦਾ ਹੈ, ਇਸੇ ਜਾਮੇ ਦੇ ਵਿੱਚ ਦੇਣਾ ਚਾਹੁੰਦਾ ਹੈ। ਪਰ ਇਹ ਜੋ ਸੱਚਾਈ ਹੈ, ਅਸੀਂ ਇਸ ਸੱਚਾਈ ਤੋਂ ਬੇਮੁਖ ਹੋ ਕੇ ਤੁਰੇ ਹੋਏ ਹਾਂ। ਇਹਨਾਂ ਝੂਠੇ ਕੰਮਾਂ ਦੀ ਵਜ੍ਹਾ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਉੱਨਤੀ ਨਹੀਂ ਹੋ ਰਹੀ, ਸਾਡੇ ਜੀਵਨ ਦੇ ਵਿੱਚ ਤਰੱਕੀ ਨਹੀਂ ਹੋ ਰਹੀ। ਅਸੀਂ ਕੋਸ਼ਿਸ਼ ਕਰਦੇ ਹਾਂ ਸਿਰਫ ਅਤੇ ਸਿਰਫ ਇਸ ਦੁਨੀਆ ਨੂੰ ਖੁਸ਼ ਕਰਨ ਦੀ, ਇਸ ਦੁਨੀਆ ਦੇ ਨਾਲ ਨਿਭਾਉਣ ਦੀ, ਪਰ ਅਸੀਂ ਕਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹ ਜੋ ਰੱਬ ਹੈ, ਉਹ ਜੋ ਗੁਰੂ ਹੈ, ਜੋ ਸਾਡੇ ਜੀਵਨ ਦੇ ਵਿੱਚ ਸਾਡੀ ਹਰ ਪਲ, ਹਰ ਛਣ ਮਦਦ ਕਰ ਰਿਹਾ ਹੈ, ਮਦਦ ਕਰਨ ਦੇ ਵਿੱਚ ਖੁਸ਼ ਹੈ, ਮਦਦ ਕਰਨ ਦੇ ਵਿੱਚ ਉਹ ਖੜ੍ਹਾ ਹੈ, ਅਸੀਂ ਕਦੀ ਉਸ ਉੱਤੇ ਯਕੀਨ ਨਹੀਂ ਕੀਤਾ।
ਦੁੱਖ ਆ ਜਾਏ, ਸੁੱਖ ਆ ਜਾਏ, ਅਸੀਂ ਉਸ ਗੁਰੂ ਨੂੰ ਵਿਸਾਰ ਕੇ, ਗੁਰੂ ਨੂੰ ਭੁੱਲ ਕੇ ਸਿਰਫ ਤੇ ਸਿਰਫ ਦੁਨੀਆ ਨੂੰ ਖੁਸ਼ ਕਰਦੇ ਹਾਂ, ਦੁਨੀਆ ਨਾਲ ਵਿਲੀਨ ਹੁੰਦੇ ਹਾਂ, ਦੁਨੀਆ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਵਜ੍ਹਾ ਕਰਕੇ ਜੀਵਨ ਦੇ ਵਿੱਚ ਸਾਨੂੰ ਸੱਚਾਈ ਨਹੀਂ ਮਿਲਦੀ।